ਦੋਸਤੋ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ 24/12/2021 ਨੂੰ ਜੋ PS ਟੈਟ ਹੋਇਆ ਹੈ ਪੇਪਰ ਸੈਕੰਡ, ਉਸ ਦਾ ਜੋ SST ਵਾਲਾ ਪਾਰਟ ਹੈ ਉਸ ਨੂੰ ਅਸੀਂ ਡਿਸਕਸ ਕਰਾਂਗੇ। ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਵੇਗੀ, ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ। ਪ੍ਰਸ਼ਨ ਨੰਬਰ 91, ਹੇਠ ਲਿਖਿਆ ਦਾ ਸਹੀ ਮਿਲਾਨ ਕਰੋ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਏ। ਆਪਸ਼ਨ ਏ ਦੇ ਵਿੱਚ ਵਿਲੀਅਮ ਜੋਨਜ਼ ਦਾ ਸੰਬੰਧ ਹੈ ਪ੍ਰਾਚੀਨ ਸੱਭਿਆਚਾਰ ਲਈ ਆਦਰ। ਰਵਿੰਦਰਨਾਥ ਟੈਗੋਰ ਦਾ ਸੰਬੰਧ ਹੈ ਕੁਦਰਤੀ ਵਾਤਾਵਰਨ ਵਿੱਚ ਸਿੱਖਣਾ। ਥਾਮਸ ਮੈਕਾਲੇ ਅੰਗਰੇਜ਼ੀ ਸਿੱਖਿਆ ਦੀ ਉੱਨਤੀ ਦੇ ਲਈ ਜਾਣੇ ਜਾਂਦੇ ਹਨ। ਮਹਾਤਮਾ ਗਾਂਧੀ ਅੰਗਰੇਜ਼ੀ ਸਿੱਖਿਆ ਦੇ ਆਲੋਚਕ ਸਨ। ਪਾਠਸ਼ਾਲਾ ਦਾ ਸੰਬੰਧ ਹੈ ਗੁਰੂ ਦੇ ਨਾਲ, ਇਸ ਲਈ ਆਪਸ਼ਨ ਏ ਸਹੀ ਹੈ। ਪ੍ਰਸ਼ਨ ਨੰਬਰ 92, ਸਤੀ ਪ੍ਰਥਾ 'ਤੇ ਪਾਬੰਦੀ ਕਦੋਂ ਲਗਾਈ ਗਈ? ਸਤੀ ਪ੍ਰਥਾ ਦੇ ਉੱਪਰ ਪਾਬੰਦੀ ਆਪਸ਼ਨ ਡੀ 1829 ਈਸਵੀ ਦੇ ਵਿੱਚ ਲਗਾਈ ਗਈ। ਤਾਂ ਵਿਲੀਅਮ ਬੈਂਟਿੰਗ ਦੇ ਦੁਆਰਾ 1829 ਈਸਵੀ ਦੇ ਵਿੱਚ ਸਤੀ ਪ੍ਰਥਾ ਦੇ ਉੱਪਰ ਪਾਬੰਦੀ ਲਗਾਈ ਗਈ। ਪ੍ਰਸ਼ਨ ਨੰਬਰ 93, ਨਕਸ਼ੇ ਬਣਾਉਣ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ? ਜਿਹੜੇ ਵਿਅਕਤੀ ਨਕਸ਼ੇ ਬਣਾਉਂਦੇ ਹਨ ਉਹਨਾਂ ਨੂੰ ਅਸੀਂ ਕਾਰਟੋਗ੍ਰਾਫਰ ਕਹਿੰਦੇ ਹਾਂ। ਅਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਕਾਰਟੋਗ੍ਰਾਫਰ। ਪ੍ਰਸ਼ਨ ਨੰਬਰ 94, ਉਹ ਸਥਾਨ ਜਿੱਥੇ ਦਸਤਾਵੇਜ਼ ਅਤੇ ਹਸਤਲਿਖਤਾਂ ਰੱਖੇ ਜਾਂਦੇ ਹਨ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਜਿੱਥੇ ਗੌਰਮੈਂਟ ਦੇ ਡਾਕੂਮੈਂਟਸ ਰੱਖੇ ਜਾਂਦੇ ਨੇ ਅਤੇ ਹਸਤਲਿਖਤਾਂ ਰੱਖੇ ਜਾਂਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਅਭਿਲੇਖਾਗਾਰ, ਅਰਚੈਵ। ਇੱਥੇ ਕੀ ਨੇ ਜਿਹੜੇ ਹਿਸਟੋਰੀਕਲ ਡਾਕੂਮੈਂਟਸ ਰੱਖੇ ਜਾਂਦੇ ਨੇ, ਇਸ ਲਈ ਆਪਸ਼ਨ ਸੀ ਸਹੀ ਹੈ। ਪ੍ਰਸ਼ਨ ਨੰਬਰ 95, ਭਾਰਤ ਵਿੱਚ ਪਹਿਲੀ ਸੂਤੀ ਕੱਪੜਾ ਮਿੱਲ ਕਦੋਂ ਅਤੇ ਕਿੱਥੇ ਕਤਾਈ ਮਿੱਲ ਵਜੋਂ ਸਥਾਪਿਤ ਹੋਈ? ਤਾਂ ਅਸੀਂ ਦੱਸਣਾ ਕਿ ਭਾਰਤ ਦੀ ਪਹਿਲੀ ਕਾਟਨ ਜਿਹੜੀ ਹੈਗੀ ਸੀ ਮਿੱਲ ਕਿੱਥੇ ਐਸਟੈਬਲਿਸ਼ ਹੋਈ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਮੁੰਬਈ ਵਿਖੇ 1854 ਵਿੱਚ ਲਗਾਈ ਗਈ। ਤਾਂ ਭਾਰਤ ਦੀ ਜਿਹੜੀ ਪਹਿਲੀ ਸਕਸੈਸਫੁਲ ਸੂਤੀ ਕੱਪੜਾ ਮਿੱਲ ਸੀ ਉਹ ਮੁੰਬਈ ਵਿੱਚ 1854 ਈਸਵੀ ਵਿੱਚ ਲਗਾਈ ਗਈ। ਇਸ ਤੋਂ ਅੱਗੇ ਹੈ 96, ਪ੍ਰਸ਼ਨ ਨੰਬਰ 96, ਟਾਟਾ ਆਇਰਨ ਅਤੇ ਸਟੀਲ ਕੰਪਨੀ ਜਿਸ ਨੂੰ ਅਸੀਂ ਟਿਸਕੋ ਕਹਿੰਦੇ ਹਾਂ ਡੈਸ਼ ਵਿੱਚ ਸਟੀਲ ਉਤਪਾਦਨ ਸ਼ੁਰੂ ਕੀਤਾ। ਕਿਸ ਸਾਲ ਇਸ ਨੇ ਆਪਣੀ ਪ੍ਰੋਡਕਸ਼ਨ ਆ ਜਿਹੜੀ ਸ਼ੁਰੂ ਕੀਤੀ? ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, 1912 ਈਸਵੀ ਦੇ ਵਿੱਚ। 1912 ਈਸਵੀ ਦੇ ਵਿੱਚ ਜਿਹੜੀ ਹੈਗੀ ਆ ਟਿਸਕੋ ਨੇ ਆਪਣਾ ਸਟੀਲ ਉਤਪਾਦਨ ਸ਼ੁਰੂ ਕੀਤਾ ਸੀ। ਟਿਸਕੋ ਦੀ ਜਿਹੜੀ ਐਸਟੈਬਲਿਸ਼ਮੈਂਟ ਹੋਈ ਸੀ ਉਹ ਹੋਈ ਸੀ 1907 ਦੇ ਵਿੱਚ, ਅਤੇ 1912 ਦੇ ਵਿੱਚ ਇਸ ਨੇ ਆਪਣਾ ਉਤਪਾਦਨ ਸ਼ੁਰੂ ਕਰਿਆ ਸੀ, ਇਸ ਲਈ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ। ਪ੍ਰਸ਼ਨ ਨੰਬਰ 97, ਮੈਰੀਨੋ ਕਿਸ ਦੀ ਪ੍ਰਜਾਤੀ ਹੈ? ਸਾਡੇ ਕੋਲ ਕੀ ਹੈ ਇੱਕ ਪ੍ਰਜਾਤੀ ਮੈਰੀਨੋ, ਜਿਹੜੀ ਕਿ ਆਪਸ਼ਨ ਸੀ ਭੇਡ ਦੀ ਇੱਕ ਪ੍ਰਜਾਤੀ ਹੈ। ਮੈਰੀਨੋ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਫੇਮਸ ਹੈ। ਪ੍ਰਸ਼ਨ ਨੰਬਰ 98, ਪੰਜਾਬ ਵਿੱਚ ਭੂਮੀ ਪਤਨ ਦਾ ਮੁੱਖ ਕਾਰਨ ਹੇਠ ਲਿਖਿਆਂ ਵਿੱਚੋਂ ਕੀ ਹੈ? ਲੈਂਡ ਡੀਗ੍ਰੇਡੇਸ਼ਨ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ, ਉਸ ਦਾ ਅਸੀਂ ਮੇਨ ਕਾਜ਼ ਦੱਸਣਾ ਕਿਹੜਾ ਹੈ। ਤਾਂ ਇਹਨਾਂ ਦੇ ਵਿੱਚ ਜੋ ਸਹੀ ਹੈ ਆਪਸ਼ਨ ਸੀ, ਜ਼ਿਆਦਾ ਸਿੰਚਾਈ। ਓਵਰ ਇਰੀਗੇਸ਼ਨ ਆ ਜਿਹੜਾ ਇਹਦਾ ਮੇਨ ਫੈਕਟਰ ਆ ਪੰਜਾਬ ਦੇ ਵਿੱਚ ਭੂਮੀ ਪਤਨ ਦਾ। ਫਿਰ ਹੈਗਾ 99, ਡੈਸ਼ ਦੇਸ਼ ਨੂੰ ਲਗਭਗ 2 ਬਰਾਬਰ ਭਾਗਾਂ ਵਿੱਚ ਵੰਡਦੀ ਹੈ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਕਰਕ ਰੇਖਾ। ਤਾਂ ਕਰਕ ਰੇਖਾ ਜਿਹੜੀ ਕਿ 23.5 ਡਿਗਰੀ ਉੱਤਰ ਦੇ ਵਿੱਚੋਂ ਲੰਘਦੀ ਹੈ ਭਾਰਤ ਦੇ ਵਿੱਚੋਂ ਦੀ, ਜਿਹੜੀ ਭਾਰਤ ਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ। ਇਸ ਲਈ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਕਰਕ ਰੇਖਾ। ਪ੍ਰਸ਼ਨ ਨੰਬਰ 100, ਅਰਬ ਸਾਗਰ ਵਿਚਲੇ ਟਾਪੂਆਂ ਦੇ ਸਮੂਹ ਨੂੰ ਕੀ ਨਾਮ ਹੈ? ਅਰਬ ਸਾਗਰ ਵਿਚਲੇ ਟਾਪੂਆਂ ਦੇ ਸਮੂਹ ਦਾ ਕੀ ਨਾਮ ਹੈ? ਜੋ ਅਰੇਬੀਅਨ ਸੀ ਦੇ ਵਿੱਚ ਸਾਡੇ ਟਾਪੂ ਨੇ ਉਹਨਾਂ ਦੇ ਸਪੈਸੀਫਿਕ ਨੇਮ ਹੈ, ਉਸ ਨੂੰ ਅਸੀਂ ਕੀ ਕਹਿੰਦੇ? ਇਸ ਦਾ ਆਨਸਰ ਹੈ ਆਪਸ਼ਨ ਏ ਸਹੀ, ਲਕਸ਼ਦੀਪ। ਅਤੇ ਜਿਹੜੇ ਲਕਸ਼ਦੀਪ ਟਾਪੂ ਨੇ ਇਹ ਜਿਹੜੇ ਅਰਬ ਸਾਗਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ।
ਪ੍ਰਸ਼ਨ ਨੰਬਰ 101, ਭਾਰਤ ਵਿੱਚ ਸਭ ਤੋਂ ਵੱਡੀ ਖਾਰੀ ਝੀਲ ਜਲ ਝੀਲ ਚਿਲਕਾ ਝੀਲ, ਜਿਸ ਨੂੰ ਅਸੀਂ ਚਿਲਕਾ ਝੀਲ ਕਹਿੰਦੇ ਹਾਂ, ਜੋ ਕਿ ਡੈਸ਼ ਰਾਜ ਵਿੱਚ ਹੈ। ਅਸੀਂ ਦੱਸਣਾ ਕਿ ਕਿਹੜੇ ਰਾਜ ਦੇ ਵਿੱਚ ਇਹ ਸਥਿਤ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ, ਉੜੀਸਾ। ਉੜੀਸਾ ਦੇ ਵਿੱਚ ਜਿਹੜੀ ਹੈਗੀ ਆ ਚਿਲਕਾ ਝੀਲ, ਜੋ ਕਿ ਖਾਰੇ ਪਾਣੀ ਦੀ ਝੀਲ ਹੈ, ਸਿਚੁਏਟਡ ਹੈ। ਫਿਰ ਪ੍ਰਸ਼ਨ ਨੰਬਰ 102, ਮਸ਼ਰੂਮ ਚਟਾਨਾਂ ਡੈਸ਼ ਵਿੱਚ ਪਾਈਆਂ ਜਾਂਦੀਆਂ ਹਨ। ਮਸ਼ਰੂਮ ਰੌਕਸ ਨੇ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਏਰੀਏ ਵਿੱਚ ਪਾਈ ਜਾਂਦੀਆਂ ਹਨ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਮਾਰੂਥਲ। ਮਾਰੂਥਲ ਏਰੀਏ ਦੇ ਵਿੱਚ ਜਿਹੜੀ ਹੈਗੀਆਂ ਨੇ ਮਸ਼ਰੂਮ ਰੌਕਸ ਪਾਈਆਂ ਜਾਂਦੀਆਂ ਹਨ। ਪ੍ਰਸ਼ਨ ਨੰਬਰ 103, 22 ਮਾਰਚ ਡੈਸ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ। ਤਾਂ ਇਸ ਦਿਨ ਕੀ ਹੁੰਦਾ, ਵਿਸ਼ਵ ਜਲ ਦਿਵਸ ਹੁੰਦਾ 22 ਮਾਰਚ ਵਾਲੇ ਦਿਨ। ਤਾਂ 22 ਮਾਰਚ ਵਾਲੇ ਦਿਨ ਵਿਸ਼ਵ ਜਲ ਦਿਵਸ ਆ ਜਿਹੜਾ ਮਨਾਇਆ ਜਾਂਦਾ ਹੈ, ਇਸ ਲਈ ਇਸ ਦਾ ਆਪਸ਼ਨ ਏ ਸਹੀ ਹੈ। ਪ੍ਰਸ਼ਨ ਨੰਬਰ 104, ਬੰਗਾਲ ਟਾਈਗਰ ਡੈਸ਼ ਵਿੱਚ ਪਾਇਆ ਜਾਂਦਾ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਡੈਲਟਾ ਖੇਤਰ। ਬੰਗਾਲ ਟਾਈਗਰ ਆ ਜਿਹੜਾ ਇੰਡੀਆ ਦਾ ਡੈਲਟਾਈ ਖੇਤਰ ਹੈ, ਉਸ ਦੇ ਵਿੱਚ ਆ ਜਿਹੜਾ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਦਾ ਹੈ। ਪ੍ਰਸ਼ਨ ਨੰਬਰ 105, ਰਾਸ਼ਟਰੀ ਜਨਸੰਖਿਆ ਨੀਤੀ 2000 ਦਾ ਢਾਂਚਾ ਪ੍ਰਦਾਨ ਕਰਦਾ ਹੈ। ਤਾਂ ਜਿਹੜੀ ਨੈਸ਼ਨਲ ਪਾਪੂਲੇਸ਼ਨ ਪੋਲਿਸੀ 2000 ਆ, ਉਸ ਦਾ ਜਿਹੜਾ ਢਾਂਚਾ ਸਾਨੂੰ ਕੀ ਪ੍ਰਦਾਨ ਕਰਦਾ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਜਿਸ ਦੇ ਵਿੱਚ ਪਹਿਲਾ, ਦੂਸਰਾ ਅਤੇ ਚੌਥਾ ਜਿਹੜੀ ਆਪਸ਼ਨਾਂ ਨੇ ਸਹੀ ਹਨ। ਇਸ ਲਈ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਜਿਸ ਦੇ ਵਿੱਚ 14 ਸਾਲ ਦੀ ਉਮਰ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਦੀ ਗੱਲ ਕੀਤੀ ਗਈ ਹੈ। ਫਿਰ ਬਾਲ ਮੌਤ ਦਰ 1000 ਜਨਮਾਂ ਪਿੱਛੇ 30 ਤੋਂ ਘੱਟ ਕਰਨ ਦੀ ਗੱਲ ਕੀਤੀ ਗਈ ਹੈ। ਚੌਥੀ ਆਪਸ਼ਨ ਦੇ ਵਿੱਚ ਟੀਕੇ ਨਾਲ ਰੋਕਣਯੋਗ ਸਾਰੀਆਂ ਬਿਮਾਰੀਆਂ ਵਿਰੁੱਧ ਬੱਚਿਆਂ ਦੀ ਸਰਵ ਵਿਆਪਕ ਸੁਰੱਖਿਆ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ ਹੈ। ਇਸ ਲਈ ਆਪਸ਼ਨ ਸੀ ਸਹੀ ਹੈ। ਪ੍ਰਸ਼ਨ ਨੰਬਰ 106, ਮਰਦਮਸ਼ੁਮਾਰੀ 2001 ਦੇ ਅਨੁਸਾਰ ਉਹ ਵਿਅਕਤੀ ਸਾਖਰ ਹੈ। ਜਿਹੜਾ ਲਿਟਰੇਟ ਪਰਸਨ ਹੈ 2001 ਦੀ ਸੈਂਸਸ ਦੇ ਅਕੋਰਡਿੰਗ, ਜਿਹੜਾ ਕੀ ਕਰ ਸਕਦਾ ਹੈ, ਆਪਸ਼ਨ ਸੀ, 7 ਸਾਲ ਜਾਂ ਇਸ ਤੋਂ ਉੱਪਰ ਦਾ ਹੈ, ਜੋ ਅਤੇ ਕੋਈ ਵੀ ਭਾਸ਼ਾ ਸਮਝ ਨਾਲ ਪੜ੍ਹ ਅਤੇ ਲਿਖ ਸਕਦਾ ਹੈ। ਉਹ ਵਿਅਕਤੀ ਜਿਹੜਾ ਕੀ ਆ 7 ਸਾਲਾਂ ਤੋਂ ਉੱਪਰ ਦਾ ਹੈ, ਕੋਈ ਵੀ ਭਾਸ਼ਾ ਜਿਹੜਾ ਸਮਝ ਨਾਲ ਪੜ੍ਹ ਅਤੇ ਲਿਖ ਸਕਦਾ, ਉਸ ਨੂੰ ਅਸੀਂ ਕੀ ਕਹਾਂਗੇ, ਸਾਖਰ ਵਿਅਕਤੀ ਕਹਾਂਗੇ, ਲਿਟਰੇਟ ਵਿਅਕਤੀ ਕਹਾਂਗੇ, ਪੜ੍ਹਿਆ ਲਿਖਿਆ। ਪ੍ਰਸ਼ਨ ਨੰਬਰ 107, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਆ ਜਿਹੜਾ ਗਲਤ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਹੈ, ਅਸੀਂ ਦੱਸਣਾ ਹੈ ਕਿ ਕਿਹੜਾ ਇਹਨਾਂ ਦੇ ਵਿੱਚੋਂ ਗਲਤ ਹੈ। ਤਾਂ ਜੇਮਜ਼ ਮਿਲ ਨੇ ਭਾਰਤੀ ਇਤਿਹਾਸ ਨੂੰ 3 ਕਾਲਖੰਡਾਂ ਵਿੱਚ ਵੰਡਿਆ, ਇਹ ਵੀ ਸਹੀ ਹੈ, ਹਿੰਦੂ, ਮੁਸਲਿਮ, ਈਸਾਈ। ਸਰਕਾਰੀ ਦਸਤਾਵੇਜ਼ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਦੇਸ਼ ਦੇ ਲੋਕ ਕੀ ਸੋਚਦੇ ਹਨ, ਇਹ ਗਲਤ ਹੈ। ਬ੍ਰਿਟਿਸ਼ ਸੋਚਦੇ ਹਨ ਕਿ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਰਵੇਖਣ ਬਹੁਤ ਮਹੱਤਵਪੂਰਨ ਹਨ, ਇਹ ਵੀ ਠੀਕ ਹੈ। ਮਿਲ ਦਾ ਵਿਚਾਰ ਸੀ ਕਿ ਯੂਰਪ ਨਾਲੋਂ ਸਾਰੇ ਏਸ਼ੀਆਈ ਸਮਾਜਾਂ ਦਾ ਸੱਭਿਅਕ ਪੱਧਰ ਨੀਵਾਂ ਹੈ, ਇਹ ਸਹੀ ਹੈ। ਇਸ ਲਈ ਜਿਹੜਾ ਗਲਤ ਆਪਸ਼ਨ ਹੈ ਉਹ ਆਪਸ਼ਨ ਬੀ ਹੈ। ਇਸ ਦਾ ਆਨਸਰ ਬੀ ਠੀਕ ਹੈ। ਪ੍ਰਸ਼ਨ ਨੰਬਰ 108, ਕਿਸ ਰਾਜ ਵਿੱਚ ਨੰਦਾ ਦੇਵੀ ਬਾਇਓ ਰਿਜ਼ਰਵ ਸਥਿਤ ਹੈ। ਨੰਦਾ ਦੇਵੀ ਬਾਇਓ ਰਿਜ਼ਰਵ ਆ ਜਿਹੜਾ ਕਿਹੜੇ ਰਾਜ ਦੇ ਵਿੱਚ ਹੈ। ਇਸ ਦਾ ਆਪਸ਼ਨ ਡੀ, ਉੱਤਰਾਖੰਡ ਸਹੀ ਹੈ। ਉੱਤਰਾਖੰਡ ਦੇ ਵਿੱਚ ਜਿਹੜਾ ਨੰਦਾ ਦੇਵੀ ਬਾਇਓ ਰਿਜ਼ਰਵ ਸਥਿਤ ਹੈ। ਪ੍ਰਸ਼ਨ ਨੰਬਰ 109, ਸੰਸਾਰ ਵਿੱਚ ਕਿਹੜਾ ਇੱਕੋ ਇੱਕ ਦੇਸ਼ ਹੈ ਜਿੱਥੇ ਸ਼ੇਰ ਅਤੇ ਚੀਤੇ ਦੋਨੋਂ ਹੁੰਦੇ ਹਨ। ਤਾਂ ਅਸੀਂ ਦੱਸਣਾ ਕਿ ਸੰਸਾਰ ਵਿੱਚ ਕਿਹੜਾ ਇੱਕੋ ਇੱਕ ਦੇਸ਼ ਹੈ ਜਿੱਥੇ ਸ਼ੇਰ ਵੀ ਨੇ ਅਤੇ ਚੀਤੇ ਵੀ ਨੇ। ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਭਾਰਤ। ਭਾਰਤ ਦੇ ਵਿੱਚ ਸਾਨੂੰ ਸ਼ੇਰ ਅਤੇ ਚੀਤੇ ਦੋਨੋਂ ਦੇਖਣ ਨੂੰ ਮਿਲਦੇ ਹਨ। 110, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੁਨਹਿਰੀ ਰੇਸ਼ਾ ਵੀ ਕਿਹਾ ਜਾਂਦਾ ਹੈ। ਗੋਲਡਨ ਫਾਈਬਰ ਆ ਜਿਹੜਾ, ਇਹਨਾਂ ਦੇ ਵਿੱਚੋਂ ਕਿਸ ਨੂੰ ਕਿਹਾ ਜਾਂਦਾ ਹੈ। ਚਾਹ, ਕੌਫੀ, ਕਪਾਹ, ਸੂਤ ਜਾਂ ਪਟਸਨ। ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ, ਪਟਸਨ, ਜੂਟ। ਪ੍ਰਸ਼ਨ ਨੰਬਰ 111, ਡੈਸ਼ ਸੰਸਾਰ ਵਿੱਚ ਸਭ ਤੋਂ ਵੱਡਾ ਅਬਰਕ ਉਤਪਾਦਨ ਅਤੇ ਨਿਰਯਾਤਕ ਹੈ।
ਜਿਹੜਾ ਕੀ ਆ ਪ੍ਰੋਡਿਊਸਰ ਵੀ ਹੈ ਤੇ ਜਿਹੜਾ ਕੀ ਕਰਦਾ, ਐਕਸਪੋਰਟ ਕਰਦਾ, ਨਿਰਯਾਤ ਕਰਦਾ ਦੂਸਰੇ ਦੇਸ਼ਾਂ ਨੂੰ। ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਭਾਰਤ। ਭਾਰਤ ਅਬਰਕ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਨਿਰਯਾਤਕ ਦੇਸ਼ ਹੈ। ਪ੍ਰਸ਼ਨ ਨੰਬਰ 112, ਭਾਰਤ ਸਰਕਾਰ ਨੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਕਦੋਂ ਬਣਾਇਆ? ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਭਾਰਤ ਸਰਕਾਰ ਨੇ ਕਦੋਂ ਬਣਾਇਆ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ 1985। 1985 ਦੇ ਵਿੱਚ ਜਿਹੜਾ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਹੋਂਦ ਦੇ ਵਿੱਚ ਆਇਆ। ਪ੍ਰਸ਼ਨ ਨੰਬਰ 113, ਹੇਠ ਲਿਖਿਆਂ ਵਿੱਚੋਂ ਕਿਹੜਾ ਜਾਪਾਨ ਦੇ ਮੈਨਚੈਸਟਰ ਵਜੋਂ ਵੀ ਜਾਣਿਆ ਜਾਂਦਾ ਹੈ? ਮੈਨਚੈਸਟਰ ਜਿਹੜਾ ਹੈਗਾ ਫੇਮਸ ਸ਼ਹਿਰ ਹੈ, ਤਾਂ ਅਸੀਂ ਦੇਖਣਾ ਕਿ ਜਾਪਾਨ ਦਾ ਮੈਨਚੈਸਟਰ ਕਿਹੜਾ ਹੈ, ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਓਸਾਕਾ। ਓਸਾਕਾ ਜਿਹੜਾ ਜਾਪਾਨ ਦੇ ਮੈਨਚੈਸਟਰ ਦੇ ਵਜੋਂ ਜਾਣਿਆ ਜਾਂਦਾ ਹੈ। 114, ਸਿਲੀਕਾਨ ਵਾਦੀ ਸਿਲੀਕਾਨ ਵੈਲੀ ਡੈਸ਼ ਵਿੱਚ ਸਥਿਤ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਇੰਡੀਆ ਦੇ ਵਿੱਚ ਬੰਗਲੁਰੂ। ਬੰਗਲੁਰੂ ਦੇ ਵਿੱਚ ਆ ਜਿਹੜੀ ਸਿਲੀਕਾਨ ਵੈਲੀ ਦੇਖਣ ਨੂੰ ਮਿਲਦੀ ਹੈ। ਪ੍ਰਸ਼ਨ ਨੰਬਰ 115, ਜੈਵਿਕ ਸਰੋਤ ਬਾਇਓਟਿਕ ਰਿਸੋਰਸਿਸ ਕਿਹੜੇ ਹੁੰਦੇ ਨੇ? ਇਸ ਦਾ ਆਪਸ਼ਨ ਏ ਸਹੀ ਹੈ, ਜਿਹੜੇ ਜੀਵਤ ਚੀਜ਼ਾਂ ਤੋਂ ਲਏ ਜਾਂਦੇ ਹਨ, ਯਾਨੀ ਕਿ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਹੈ, ਜਿਹੜੇ ਉਹਨਾਂ ਤੋਂ ਲਏ ਜਾਂਦੇ ਹਨ, ਉਹਨਾਂ ਨੂੰ ਅਸੀਂ ਜੈਵਿਕ ਸਰੋਤ ਕਹਿੰਦੇ ਹਾਂ, ਇਸ ਲਈ ਆਪਸ਼ਨ ਏ ਸਹੀ ਹੈ। ਪ੍ਰਸ਼ਨ ਨੰਬਰ 116, ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਚਟਾਨਾਂ ਕਿੱਥੇ ਹਨ? ਓਲਡੈਸਟ ਰੌਕਸ ਨੇ ਜਿਹੜੀ ਆ ਸੰਸਾਰ ਦੀ, ਉਹ ਕਿੱਥੇ ਦੇਖਣ ਨੂੰ ਮਿਲਦੀਆਂ ਹਨ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਪੱਛਮੀ ਆਸਟ੍ਰੇਲੀਆ ਦੇ ਵਿੱਚ। ਪੱਛਮੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਹੈਗੀ ਨੇ ਸੰਸਾਰ ਦੀਆਂ ਸਭ ਤੋਂ ਓਲਡੈਸਟ ਰੌਕਸ ਪਾਈਆਂ ਜਾਂਦੀਆਂ ਨੇ। ਪ੍ਰਸ਼ਨ ਨੰਬਰ 117, ਸੰਸਾਰ ਦੇ ਕਿਸ ਦੇਸ਼ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਜਲ ਸ਼ਕਤੀ ਨਾਲ ਬਿਜਲੀ ਵਿਕਸਿਤ ਕੀਤੀ ਗਈ? ਤਾਂ ਜਿਹੜੀ ਹਾਈਡਰੋ ਇਲੈਕਟ੍ਰੀਸਿਟੀ ਆ ਕਿੱਥੇ ਆ ਜਿਹੜੀ ਸਭ ਤੋਂ ਪਹਿਲਾਂ ਵਿਕਸਿਤ ਕੀਤੀ ਗਈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਨਾਰਵੇ ਦੇਸ਼ ਦੇ ਵਿੱਚ। ਪ੍ਰਸ਼ਨ ਨੰਬਰ 118, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਅਬਰਕ ਮਾਈਕਾ ਦਾ ਉਤਪਾਦਕ ਨਹੀਂ ਹੈ? ਜਿਹੜਾ ਕੀ ਆ ਉਤਪਾਦਕ ਨਹੀਂ ਕਰਦਾ ਅਬਰਕ ਮਾਈਕਾ ਦਾ, ਅਸੀਂ ਸਟੇਟ ਦੱਸਣੀ ਹੈ ਕਿਹੜੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਕਰਨਾਟਕਾ। ਕਰਨਾਟਕਾ ਦੇ ਵਿੱਚ ਜਿਹੜਾ ਅਬਰਕ ਸਾਨੂੰ ਦੇਖਣ ਨੂੰ ਨਹੀਂ ਮਿਲਦਾ। ਝਾਰਖੰਡ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਅਬਰਕ ਪਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 119, ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਡੈਸ਼ ਵਿੱਚ ਬਣੀ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ? ਸਾਰਕ। ਸਾਰਕ ਸੰਸਥਾ ਜਿਹੜੀ ਕੀ ਆ 1985 ਦੇ ਵਿੱਚ ਬਣੀ, ਅਤੇ ਇਸ ਦਾ ਆਪਸ਼ਨ ਸੀ ਸਹੀ ਹੈ। 1885 ਦੇ ਵਿੱਚ ਆ ਜਿਹੜੀ ਸਾਰਕ ਸੰਸਥਾ, ਜਿਸ ਨੂੰ ਅਸੀਂ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ ਕਹਿੰਦੇ ਆ, ਹੋਂਦ ਦੇ ਵਿੱਚ ਆਈ। ਇਸ ਤੋਂ ਅੱਗੇ ਹੈ 120, ਮੈਨੂੰ ਦੱਸੋ ਮੈਂ ਭੁੱਲ ਜਾਵਾਂਗਾ, ਮੈਨੂੰ ਦਿਖਾਓ ਮੈਂ ਯਾਦ ਕਰਾਂਗਾ, ਮੈਨੂੰ ਸ਼ਾਮਲ ਕਰੋ ਮੈਂ ਸਮਝ ਜਾਵਾਂਗਾ। ਇਹ ਕਥਨ ਸਮਾਜਿਕ ਵਿਗਿਆਨ ਦੀ ਕਿਸ ਪਹੁੰਚ ਦੇ ਨਾਲ ਸੰਬੰਧਿਤ ਹੈ? ਕਿਸ ਅਪਰੋਚ ਦੇ ਨਾਲ ਆ ਜਿਹੜਾ ਇਹ ਕਥਨ ਸੰਬੰਧਿਤ ਹੈ? ਅਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਐਕਸਪੈਰੀਮੈਂਟਲ ਅਪਰੋਚ। ਤਾਂ ਦੋਸਤੋ ਇਹ ਵੀਡੀਓ ਦੇ ਪਹਿਲੇ ਭਾਗ ਦੇ ਵਿੱਚ ਅਸੀਂ 91 ਤੋਂ ਲੈ ਕੇ 120 ਤੱਕ ਜਿਹੜੇ ਪ੍ਰਸ਼ਨ ਨੇ ਉਹ ਸੋਲਵ ਕਰ ਲਏ, ਅਤੇ ਅਗਲੇ ਭਾਗ ਦੇ ਵਿੱਚ ਜਿਹੜੇ ਰਹਿੰਦੇ ਪ੍ਰਸ਼ਨ ਨੇ ਉਹਨਾਂ ਨੂੰ ਸੋਲਵ ਕਰਾਂਗੇ। ਥੈਂਕ ਯੂ।